Dear students, welcome to Amrit Senior Secondary School. ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਨੂੰ 8th ਕਲਾਸ ਦੀ ਸਾਇੰਸ ਦੀ ਟੈਕਸਟ ਬੁੱਕ ਦਾ ਚੈਪਟਰ ਨੰਬਰ 5 ਕੋਲ ਐਂਡ ਪੈਟਰੋਲੀਅਮ ਦੀ ਸੈਕਿੰਡ ਪਾਰਟ ਦੀ ਵੀਡੀਓ ਕਰਵਾਉਣ ਜਾ ਰਹੀ ਹਾਂ, ਜੋ ਕਿ ਤੁਹਾਡੀ ਬੁੱਕ ਦਾ ਪੇਜ ਨੰਬਰ 59 ਤੋਂ ਲੈ ਕੇ 61 ਦੇ ਵਿਚਕਾਰ ਹੈ। ਅਸੀਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਜੀ ਕੋਲ ਕੀ ਹੁੰਦਾ ਹੈ, ਕਿੱਥੋਂ ਪ੍ਰਾਪਤ ਹੁੰਦਾ, ਇਸ ਦੇ ਲਾਭ ਵਗੈਰਾ। ਅੱਜ ਗੱਲ ਕਰਾਂਗੇ ਜੀ ਪੈਟਰੋਲੀਅਮ। Petrol is used as a fuel in light automobiles such as motorcycles, scooters and cars। ਕਹਿੰਦਾ ਜੀ ਜਿਹੜਾ ਅਸੀਂ ਫਿਊਲ ਯੂਜ਼ ਕਰਦੇ ਹਾਂ ਅਸੀਂ ਆਪਣੇ ਆਟੋਮੋਬਾਈਲ ਦੇ ਵਿੱਚ, ਉਹ ਕੀ ਹੈ ਜੀ? ਪੈਟਰੋਲ। ਜਿਵੇਂ ਸਕੂਟਰ ਵਗੈਰਾ ਹੋ ਗਿਆ, ਮੋਟਰਸਾਈਕਲ ਵਗੈਰਾ ਹੋ ਗਿਆ, ਉਹਨਾਂ ਜੋ ਅਸੀਂ ਬਾਲਣ ਪਾਉਂਦੇ ਹਾਂ ਉਹਨੂੰ ਕੀ ਕਹਿੰਦੇ ਆ ਜੀ? ਪੈਟਰੋਲ। ਹੈਵੀ ਮੋਟਰ ਵਹੀਕਲਸ ਲਾਈਕ ਟਰੱਕਸ ਐਂਡ ਟਰੈਕਟਰਸ ਰਨ ਔਨ ਡੀਜ਼ਲਸ। ਕਹਿੰਦੇ ਹੈਵੀ ਮੋਟਰ ਵਹੀਕਲਸ ਨੇ, ਠੀਕ ਹੈ ਜੀ, ਜਿਵੇਂ ਸਾਡੇ ਟਰੱਕ ਵਗੈਰਾ ਹੋ ਗਏ, ਟਰੈਕਟਰ ਵਗੈਰਾ ਹੋ ਗਏ, ਉਹਨਾਂ ਜਿਹੜਾ ਬਾਲਣ ਪਾਇਆ ਜਾਂਦਾ ਉਹਨੂੰ ਕੀ ਕਹਿੰਦੇ ਆ? ਡੀਜ਼ਲ। ਪੈਟਰੋਲ ਐਂਡ ਡੀਜ਼ਲਸ ਆਰ obtained ਫਰੋਮ ਏ ਨੈਚੁਰਲ ਸੋਰਸਿਸ ਕਾਲਡ ਪੈਟਰੋਲੀਅਮ। ਕਹਿੰਦਾ ਪੈਟਰੋਲ ਤੇ ਡੀਜ਼ਲ ਸਾਨੂੰ ਨੈਚੁਰਲ ਸੋਰਸਿਸ ਤੋਂ ਪ੍ਰਾਪਤ ਹੁੰਦਾ ਹੈ, ਇਸ ਕਰਕੇ ਇਸ ਨੂੰ ਕੀ ਬੋਲਦੇ ਨੇ ਜੀ? ਪੈਟਰੋਲੀਅਮ। The word petroleum is derived from petra, rock and oleum oil, as it is mixed from between the rock under। ਕਹਿੰਦਾ ਜੀ ਪੈਟਰੋਲੀਅਮ ਵਰਡ ਕਿੱਥੋਂ ਪ੍ਰਾਪਤ ਹੋਇਆ? ਜਿਸ ਤਰ੍ਹਾਂ ਪੈਟਰੋਲੀਅਮ ਵਰਡ ਨੂੰ ਤੋੜ ਦੋ, ਪੈਟਰੋ ਮਤਲਬ ਰੌਕ ਪਹਾੜ, ਓਲੀਅਮ ਮਤਲਬ ਓਇਲ। ਕਹਿੰਦਾ ਜੀ ਬਹੁਤ ਵੱਡੇ ਵੱਡੇ ਪਹਾੜ ਸੀ ਤੇਲ ਦੇ, ਸਾਨੂੰ ਉੱਥੋਂ ਪੈਟਰੋਲੀਅਮ ਪ੍ਰਾਪਤ ਹੋ ਰਿਹਾ, ਠੀਕ ਹੈ ਜੀ। ਇਹ ਕਿਸ ਤਰ੍ਹਾਂ ਜੀ ਦੋਨਾਂ ਚੀਜ਼ਾਂ ਦੇ ਵਿੱਚ ਮਿਕਸ ਹੋਇਆ ਜੀ? ਰੌਕ ਦੇ ਅੰਦਰ, ਪਹਾੜਾਂ ਦੇ ਤੇਲ ਦੇ ਵਿਚਕਾਰ ਸਾਨੂੰ ਪੈਟਰੋਲੀਅਮ ਪਦਾਰਥ ਪ੍ਰਾਪਤ ਹੋ ਰਿਹਾ। ਇਹਦਾ ਮਤਲਬ ਇਹ ਨਹੀਂ ਜੀ ਅਸੀਂ ਪੈਟਰੋਲ ਪੰਪ 'ਤੇ ਜਾਂਦੇ ਹਾਂ ਅਤੇ ਪੈਟਰੋਲ ਪਵਾ ਲਿਆ ਸਾਨੂੰ ਪ੍ਰਾਪਤ ਹੋ ਗਿਆ। ਸਾਨੂੰ ਪ੍ਰਾਪਤ ਨੈਚੁਰਲ ਸੋਰਸਿਸ ਨਾਲ ਹੋ ਰਿਹਾ, ਪਰ ਨੈਚੁਰਲ ਸੋਰਸਿਸ ਕਿੱਥੇ ਬਣਦਾ ਹੋਏ, ਕਿਸ ਤਰ੍ਹਾਂ ਬਣਦਾ ਹੋਏਗਾ, ਇਹਦੇ ਬਾਰੇ ਗੱਲ ਕਰਦੇ ਹਾਂ। ਹਾਊ ਪੈਟਰੋਲੀਅਮ ਇਜ਼ ਫਾਰਮਡ, ਕਿ ਪੈਟਰੋਲੀਅਮ ਬਣਦਾ ਕਿਸ ਤਰ੍ਹਾਂ ਹੈ, ਕਿਵੇਂ ਤਿਆਰ ਹੁੰਦਾ ਹੈ। ਪੈਟਰੋਲੀਅਮ ਵਾਸ ਫਾਰਮਡ ਫਰੋਮ ਆਰਗੈਨਿਜ਼ਮ ਲਿਵਿੰਗ ਇਨ ਦਾ ਸੀ। ਕਹਿੰਦਾ ਜੀ ਪੈਟਰੋਲੀਅਮ ਸਾਨੂੰ ਕਿੱਥੋਂ ਪ੍ਰਾਪਤ ਹੋਇਆ? ਉਹ ਜੀਵ ਜੰਤੂਆਂ ਤੋਂ ਪ੍ਰਾਪਤ ਹੋਇਆ ਜਿਹੜੇ ਕਿ ਸਮੁੰਦਰ ਦੇ ਵਿੱਚ ਰਹਿੰਦੇ ਨੇ। ਐਜ਼ ਦਿਸ ਆਰਗੈਨਿਜ਼ਮ ਡਾਈਡ, ਜਦੋਂ ਇਹ ਜੀਵ ਜੰਤੂ ਮਰ ਗਏ, their bodies settled at the bottom of the sea and get covered with layers of sand and clay। ਕਹਿੰਦਾ ਜਦੋਂ ਇਹ ਜੀਵ ਜੰਤੂ ਮਰ ਗਏ ਤੇ ਕੀ ਸੀ ਜੀ? ਮਰਨ ਤੋਂ ਬਾਅਦ ਇਹ ਸਮੁੰਦਰ ਦੇ ਹੇਠਾਂ ਜ਼ਮੀਨ ਦੇ ਜਾ ਕੇ ਉੱਪਰ ਜਾ ਕੇ ਲੇਟ ਕੇ ਉੱਥੇ ਸੈਟਲ ਡਾਊਨ ਹੋ ਗਏ, ਠੀਕ ਹੈ ਜੀ। ਤੇ ਕਿੰਨਾ ਕਵਰਡ ਹੋ ਗਏ? ਰੇਤਾ ਦੇ ਨਾਲ, ਮਿੱਟੀ ਦੇ ਨਾਲ, ਇਹਨਾਂ ਦੇ ਉੱਪਰ ਮਿੱਟੀ ਰੇਤਾ ਚੜ੍ਹਨੀ ਵਗੈਰਾ ਵਿਛਣੀ ਸ਼ੁਰੂ ਹੋ ਗਈ, ਲੇਅਰਸ ਬਣਨੀਆਂ ਸ਼ੁਰੂ ਹੋ ਗਈਆਂ। ਓਵਰ ਮਿਲੀਅਨਸ ਆਫ ਈਅਰਸ, ਕਹਿੰਦਾ ਲੱਖਾਂ ਸਾਲਾਂ ਇਸ ਤਰ੍ਹਾਂ ਹੀ ਬੀਤ ਕੇ। ਐਬਸੈਂਸ ਆਫ ਏਅਰ, ਹਵਾ ਦੀ ਮੌਜੂਦਗੀ ਨਹੀਂ ਸੀ। ਹਾਈ ਟੈਂਪਰੇਚਰ, ਹਾਈ ਪ੍ਰੈਸ਼ਰ, ਟਰਾਂਸਫਰਡ ਆਫ ਡੈਡ ਆਰਗੈਨਿਜ਼ਮ ਇਨਟੂ ਪੈਟਰੋਲੀਅਮ ਐਂਡ ਨੈਚੁਰਲ ਗੈਸਿਸ। ਕਹਿੰਦਾ ਜੀ ਫਿਰ ਕੀ ਹੋਇਆ? ਹਾਈ ਟੈਂਪਰੇਚਰ ਹੋਣਾ ਹੋ ਗਿਆ, ਠੀਕ ਹੈ ਜੀ, ਹਾਈ ਪ੍ਰੈਸ਼ਰ ਸੀ ਟੈਂਪਰੇਚਰ ਦਾ, ਅਤੇ ਕੀ ਹੋ ਗਿਆ ਜੀ? ਜਿਹੜੇ ਆਰਗੈਨਿਜ਼ਮਸ ਮਰੇ ਜੀਵ ਜੰਤੂ, ਉਹ ਕੀ ਹੋ ਗਿਆ ਜੀ? ਹੌਲੀ ਹੌਲੀ ਕਿਤੇ ਟਰਾਂਸਫਰ ਹੋਣਾ ਸ਼ੁਰੂ ਹੋ ਗਿਆ ਪੈਟਰੋਲੀਅਮ ਅਤੇ ਨੈਚੁਰਲ ਗੈਸ ਦੇ ਵਿੱਚ। ਕਿਉਂਕਿ ਇਹ ਸਾਰੀ ਚੀਜ਼ਾਂ ਕਿੱਥੇ ਸੀ ਜੀ? ਸਮੁੰਦਰ ਦੇ ਹੇਠਾਂ। ਸਮੁੰਦਰ ਦੇ ਵਿੱਚ ਪਾਣੀ ਵੀ ਸੀ, ਪਰ ਹੌਲੀ ਹੌਲੀ ਪਾਣੀ ਦੇ ਵਿੱਚ ਕੀ ਮਿੱਟੀ ਵਗੈਰਾ ਮਿਲਣੀ ਸ਼ੁਰੂ ਹੋ ਗਈ, ਅਤੇ ਕੀ ਬਣਨਾ ਸ਼ੁਰੂ ਹੋ ਗਿਆ ਜੀ? ਪੈਟਰੋਲੀਅਮ ਵਗੈਰਾ ਬਣਨਾ ਸ਼ੁਰੂ ਹੋ ਗਿਆ। ਜਿਵੇਂ ਕਿ ਤੁਹਾਡੀ ਬੁੱਕ ਦੇ ਵਿੱਚ ਡਾਇਗਰਾਮ ਦੇ ਵਿੱਚ ਤੁਹਾਨੂੰ ਨਜ਼ਰ ਆ ਹੀ ਰਿਹਾ ਹੋਏਗਾ ਜੀ। ਕੀ ਨਜ਼ਰ ਆ ਰਿਹਾ? ਵੇਖੋ, ਇਹ ਸਾਰਾ ਕੀ ਸੀ ਜੀ? ਸਮੁੰਦਰ ਸੀ। ਇਹਦੇ ਅੰਦਰ ਕੀ ਹੋਇਆ ਜੀ? ਜੀਵ ਜੰਤੂ ਰਹਿੰਦੇ ਸੀ, ਉਹ ਸਾਰੇ ਵਗੈਰਾ ਮਰ ਗਏ, ਅਤੇ ਮਰਨ ਤੋਂ ਬਾਅਦ ਕੀ ਹੋ ਗਿਆ ਜੀ? ਰਿਜ਼ਰਵਰ ਰੌਕਸ ਹੋ ਗਈਆਂ, ਉਹ ਚਟਾਨਾਂ ਬਣਨੇ ਸ਼ੁਰੂ ਹੋ ਗਈਆਂ, ਕਿਉਂਕਿ ਉਹਦੇ ਅੰਦਰ ਮਿੱਟੀ ਵਗੈਰਾ ਮਿਲਣੀ ਸ਼ੁਰੂ ਹੋ ਗਈ, ਰੇਤਾ ਵਗੈਰਾ ਮਿਲਣੀ ਸ਼ੁਰੂ ਹੋ ਗਈ। ਅੰਦਰ ਹਵਾ ਤਾਂ ਨਹੀਂ ਸੀ। ਫਿਰ ਕੀ ਹੋਇਆ? ਜੀਵ ਜੰਤੂ ਮਰ ਚੁੱਕੇ ਸੀ, ਠੀਕ ਹੈ ਜੀ, ਉਹਨਾਂ ਦੀ ਬੋਡੀਜ਼ ਜਿਹੜੀਆਂ ਸੀ ਉਹ ਕੰਪੋਸਟ ਹੋਣੇ ਸ਼ੁਰੂ ਹੋ ਗਈਆਂ, ਅਤੇ ਉਸ ਨਾਲ ਕੀ ਬਣਨਾ ਸ਼ੁਰੂ ਹੋ ਜਾਏਗਾ ਜੀ? ਇਹ ਰੌਕ ਵਗੈਰਾ ਬਣਨੀਆਂ ਸ਼ੁਰੂ ਹੋ ਗਈਆਂ, ਉਹਨਾਂ ਵਿੱਚ ਕੀ ਸੀ? ਤੇਲ ਮਿਲਣਾ ਸ਼ੁਰੂ ਹੋ ਗਿਆ, ਅਤੇ ਨਾਲ ਸਮੁੰਦਰ ਦੇ ਵਿੱਚ ਕੀ? ਪਾਣੀ ਸੀ, ਠੀਕ ਹੈ ਜੀ। ਰੌਕਸ ਦੇ ਵਿੱਚੋਂ ਕੀ ਨਿਕਲਣਾ ਸ਼ੁਰੂ ਹੋ ਗਿਆ? ਤੇਲ ਨਿਕਲਣਾ ਸ਼ੁਰੂ ਹੋ ਗਿਆ। ਅਤੇ ਵੇਖੋ ਜੀ, ਤੁਹਾਨੂੰ ਨਜ਼ਰ ਆ ਹੀ ਰਿਹਾ ਹੋਗਾ ਜੀ, ਫਸਟ ਲੇਅਰ ਕਾਹਦੀ ਹੈਗੀ ਆ? ਵਾਟਰ ਦੀ। ਫਿਰ ਸੈਕਿੰਡ ਲੇਅਰ ਆਇਲ ਦੀ, ਥਰਡ ਲੇਅਰ ਗੈਸ ਦੀ। ਕਿਉਂਕਿ ਹਮੇਸ਼ਾ ਹੀ ਤੇਲ ਪਾਣੀ ਦੇ ਵਿੱਚ ਕਦੀ ਵੀ ਮਿਕਸ ਨਹੀਂ ਹੁੰਦਾ, ਇਹ ਲੇਅਰਸ ਉੱਪਰ ਬਣਦੀਆਂ ਨੇ ਕਿਉਂਕਿ ਤੇਲ ਪਾਣੀ ਨਾਲੋਂ ਹਲਕਾ ਹੁੰਦਾ। ਥਰਡ ਲੇਅਰ ਕਾਹਦੀ ਹੈ ਜੀ? ਗੈਸ ਦੀ, ਕਿਉਂਕਿ ਗੈਸ ਤੇਲ ਨਾਲੋਂ ਹਲਕਾ ਹੁੰਦਾ, ਇਸ ਕਰਕੇ ਉਹਦੇ ਉੱਪਰ ਲੇਅਰ ਬਣਨੀ ਸ਼ੁਰੂ ਹੋ ਗਈ, ਠੀਕ ਹੈ ਜੀ। ਇਹ ਬਾਹਰ ਵਾਲਾ ਸਾਈਡ ਹੈ ਜੀ, ਕੌਣ ਹੈ ਜੀ? ਇਹ ਉਹ ਚੀਜ਼ਾਂ ਨੇ ਜਿਹੜੀਆਂ ਕੋਲ ਅੰਦਰ ਕੋਈ ਲੈਣ ਦੇਣ ਨਹੀਂ ਹੈਗਾ, ਠੀਕ ਹੈ ਜੀ। ਇਹ ਸਾਰੇ ਚਟਾਨਾਂ ਉਹ ਨੇ ਜਿਹੜਾ ਅੰਦਰ ਕੋਈ ਲੈਣ ਦੇਣ ਨਹੀਂ ਗਾ। ਅੰਦਰ ਕੀ ਸੀ ਜੀ? ਮਰੇ ਹੋਏ ਜੀਵ ਜੰਤੂ ਸੀ, ਪੇੜ ਪੌਦੇ ਵਗੈਰਾ ਸੀ, ਠੀਕ ਹੈ ਜੀ। ਉਹਨਾਂ ਉੱਪਰ ਰੇਤ ਮਿੱਟੀ ਵਗੈਰਾ ਮਿਲਣੀ ਸ਼ੁਰੂ ਹੋ ਗਈ, ਉਹ ਕੰਪੋਸਟ ਹੋਣਾ ਸ਼ੁਰੂ ਹੋ ਗਏ। ਫਿਰ ਉਹਨਾਂ ਨਾਲ ਕੀ ਬਣਨੇ ਸ਼ੁਰੂ ਹੋ ਗਏ? ਉਹਨਾਂ ਦੇ ਰੌਕਸ ਬਣਨੇ ਸ਼ੁਰੂ ਹੋ ਗਏ, ਚਟਾਨਾਂ ਬਣਨੇ ਸ਼ੁਰੂ ਹੋ ਗਈਆਂ। ਚਟਾਨਾਂ ਦੇ ਵਿੱਚੋਂ ਕੀ ਨਿਕਲਣਾ ਸ਼ੁਰੂ ਹੋ ਗਿਆ ਜੀ? ਤੇਲ ਵਗੈਰਾ ਨਿਕਲਣਾ ਸ਼ੁਰੂ ਹੋ ਗਿਆ। ਪਰ ਸਾਨੂੰ ਤੇਲ ਕਿਸ ਤਰ੍ਹਾਂ ਪ੍ਰਾਪਤ ਹੋਇਆ? ਫਿਰ ਸਾਨੂੰ ਇਹਨਾਂ ਡਰਿਲਿੰਗ ਕਰਨੀ ਪਈ, ਵੈਲਸ ਬਣਾਉਣੇ ਪਏ, ਖੂਹ ਵਗੈਰਾ, ਖੂਹ ਦੇ ਵਿੱਚੋਂ ਤੇਲ ਅਤੇ ਗੈਸ ਨੂੰ ਬਾਹਰ ਕੱਢਿਆ ਜਾਣ ਲੱਗ ਗਿਆ। ਉੱਪਰ ਵਾਲੀ ਚੀਜ਼ ਕੀ ਪ੍ਰਾਪਤ ਹੋ ਰਹੀ ਹੈ ਜੀ? ਨੈਚੁਰਲ ਗੈਸ। ਥੱਲੇ ਕੀ ਹੈ ਜੀ? ਪੈਟਰੋਲੀਅਮ ਵਗੈਰਾ ਸਾਨੂੰ ਪ੍ਰਾਪਤ ਹੋ ਰਿਹਾ। ਇਹ ਸਾਰਾ ਕੀ ਸੀ ਜੀ? ਪੈਟਰੋਲੀਅਮ ਐਂਡ ਨੈਚੁਰਲ ਗੈਸ ਕਿਸ ਤਰ੍ਹਾਂ ਬਣ ਰਹੀ ਉਹਦੇ ਬਾਰੇ ਦੱਸਿਆ ਸੀ ਉਹਨਾਂ ਨੇ। In this figure, you see that the layer containing petroleum oil and gas in above that the water। ਸਾਨੂੰ ਦੱਸ ਦਿੱਤਾ ਜੀ, ਕਿਉਂਕਿ ਗੈਸ ਦੇ ਉੱਪਰ ਤੇ
ऑयल दी पैट्रोलीयम ऑयल दी लेयर पानी के उपर बनी हुई है। वाई इज़ इट सो? रिकॉल दैट द ऑयल एंड गैस आर लाइटर दैन वाटर एंड डू नॉट मिक्स विद। सानूं दस्सिआ है जी कि तेल ते गैस पानी नालों हल्कियां होंदियां, कदी पानी दे विच मिक्स नहीं होंदियां, इस करके उन्हां दी परतां उपर बनदियां गईयां। द वर्ल्ड्स फर्स्ट ऑयल वैल वाज ड्रिल्ड इन पेनसिल्वेनिया USA in 1859। कहंदा जी 1859 ईस्वी दे विच USA दे विच अमेरिका दे विच पेनसिल्वेनिया नाम दा शहर है जी, उत्थे पहली बार तेल का सानू पता लगा, तेल का खूह सानू उत्थे पहली बार प्राप्त होया सी। 8 years later in 1867 oil was struck at मुकाम इन असम। कहते जी 8 साल बाद 1867 ईस्वी में इंडिया के असम मुकाम नाम के शहर के सानू तेल का पता लगा। इन इंडिया ऑयल इज़ फाउंड इन असम, गुजरात, मुंबई, ठीक है जी, मुंबई हाइट एंड रिवर्स बेसन, गोदावरी एंड कृष्णा। कहते जी इंडिया के असम, महाराष्ट्र हो गया, ठीक है जी, मुंबई हाई हो गया, तो की हो गया जी, गोदावरी तो कृष्णा नदियों के लागे लागे सानू पेट्रोल प्राप्त हो रहा। रिफाइनिंग ऑफ पेट्रोलीयम, पेट्रोलीयम रिफाइन किदा हो रहा जी? पेट्रोलीयम इज़ अ डार्क ऑयल लिक्विड। सानू इन्ना पता है जी जो पेट्रोल प्राप्त होता डार्क कलर का होंदा, डार्क होंदा, काफ़ी ज़्यादा संघना होंदा ते लिक्विड फॉर्म च होंदा। इट हैज़ एन अनप्लेजेंट ऑर्डर। कहता जी इस बहुत ज़्यादा गंदी स्मैल होंदी है। इट इज़ अ मिक्सचर ऑफ वेरियस कंसिस्ट सच एज पेट्रोलीयम गैस, पेट्रोल, डीजल, लुब्रिकेंट्स ऑयल, पैराफिन वैक्स आदि। ठीक है जी, कहता जी इन्हों की असी कई तरह के पदार्थ मिले होंगे ने, जिस तरह पेट्रोलीयम गैस होगी, पेट्रोल हो गया, डीजल हो गया, पैराफिन वैक्स होगी, इस तरह चीज़ों के अंदर मिलियां होंदियां ने कि अंदर पेट्रोल जो सानू प्राप्त हो रहा। ठीक है जी, फर्स्ट कंडीशन जो सानू प्राप्त होंदा ने सारा कुछ चीज़ों मिक्स हुई होंदियां ने। द प्रोसैस ऑफ सैपरेटिंग द वेरियस फ्रैक्शनस ऑफ पेट्रोलीयम इज़ नोन एज रिफाइनिंग। कहना जो सारे पदार्थ के अंदर मिले होंगे इन्हों अलग करने की प्रक्रिया की बोलते हैं रिफाइनिंग। जो सारे पदार्थ मिले ने पेट्रोल के अलग करना उन्होंने की बोलते हैं जी रिफाइनिंग। इट इज़ कैरिड आउट इन पेट्रोलीयम रिफाइनरी। ये सानू कित्थे अलग करते पे ने जी, बड़े बड़े कारखाने लगे ने जिन्होंने की बोलते हैं पेट्रोलीयम रिफाइनरी बोलते हैं, उत्थे सारी चीज़ां अलग होंदियां ने। ठीक है, जिस ताड़ी बुक के दस्सिया गया जी जिद्दां अलग अलग हो रही ने वो कित्थे कित्थे यूज़ होंदियां होणगियां। जिवें LPG जो गैस प्राप्त हो रही कित्थे यूज़ करते पे, फ्यूल फॉर होम एंड इंडस्ट्रीज। असीं अपने कारखानिਆਂ ਦੇ ਘਰਾਂ ਵਿੱਚ ਜਿਹੜੀ गैस यूज़ करते हैं बालन के रूप में तो खाना बनाने कि गैस है जी LPG। ये सानू कित्थों प्राप्त हो रही है? पेट्रोलीयम तो प्राप्त हो रही है। पेट्रोल, पेट्रोल का तो पता ही है जी, ये मोटर फ्यूल है, ठीक है जी, एविएशन फ्यूल है, सॉल्वेंट फॉर ड्राइंग क्लीनिंग, ठीक है जी, सारी चीज़ां इत्थे यूज़ की जांदियां ने। कैरोसीन मिट्टी का तेल ये कित्थे यूज़ किया जाता जी? स्टोव, लंप फॉर जैट एयरक्राफ्ट के यूज़ किया जाता है। ठीक है, डीजल हैवी व्हीकल के यूज़ किया जाता है। ठीक है जी, लुब्रिकेंट्स ऑयल लुब्रिकेशनस मशीन का तेल मशीन के काम यूज़ किया जाता है जी। ठीक है जी, पैराफिन वैक्स, पैराफिन वैक्स कितने यूज़ की जाती? कैंडल के वैसलीन के जी चीज़ पाई जाती की है जी? पैराफिन वैक्स है। अगों लास्ट बिटमेन, ये पेंट्स रोड सफरिंग के उपर चीज़ां विछाई जाती की ने जी? बिटमेन। ये सानू कितों प्राप्त हो रहा जी? पेट्रोलीयम तो ही पदार्थ प्राप्त हो रहा। मैनी यूजफुल सबसटांसिस आर फ्रॉम पेट्रोलीयम एंड नैचुरल गैस। कहना कई तरह के साढ़े सबसटांस सानू प्राप्त हो रहे पेट्रोलीयम के उपर, वो सानू कई तरह के लाभ दे रहे हैं। दीज आर टर्म्स एज पेट्रोकैमिकल्स। जो सानू पदार्थ प्राप्त हो रहे हैं, ठीक है जी, पेट्रोलीयम तो उन्होंने की बोलते हैं जी? पेट्रोकैमिकल्स। दीज आर यूज इन मैन्युफैक्चर ऑफ डिटर्जेंट्स, फाइबर्स, पॉलीथीन एंड अदर मैन मेड प्लास्टिक्स। कहता जी ये सानू कित्थे कित्थे यूज़ करते हैं इन्हां चीज़ों जो सानू प्राप्त हो रहे हैं सबसटांसिस, डिटर्जेंट के रूप में यूज़ करते हैं, फाइबर्स जिस तरह के पॉलीथीन्स बनाने हैं, ठीक है जी, प्लास्टिक फाइबर्स किहड़े किहड़े जो मैन मेड फाइबर्स बनाते हैं, जिस तरह नाइलॉन पॉलीथीन हो गया, ठीक है जी, एक्रेलिक हो गया, और चीज़ां बनदियां किस तरह कित्थों बनदियां पईयां ने? पेट्रोकैमिकल पदार्थों तो बनदियां पईयां ने। H2 गैस ऑब्टेन फ्रॉम नैचुरल गैस। जी नैचुरल गैस सानू प्राप्त हो रही है तो किहड़ी गैस बन के प्राप्त हो रही है? H2 हाइड्रोजन गैस। इज़ यूज इन प्रोडक्शन ऑफ फर्टिलाइजर्स। ये कितने यूज़ की जाती है जी? फर्टिलाइजर के खादा वगैरह बनाने के यूज़ करते हैं। ड्यू टू इज ग्रेट कमर्शियल इंपॉर्टेंस पेट्रोलीयम इज़ आल्सो कॉल्ड ब्लैक गोल्ड। कहता जी इन्नी ज़्यादा वरतों के करके पेट्रोल असीं वरतों करते हैं, इस करके इन्हूं की कहते हैं जी? ब्लैक गोल्ड, काला सोना भी कहा जाता है, क्योंकि ये भी साढ़े वास्ते सोने के बराबर है। ये भी सानू वक्रे खेतों में यूज़ करते हैं, इन्हां सानू बहुत ज़्यादा लाभ प्राप्त होता है। ठीक है जी, इस दिन असीं व्यापार करते हैं, इस करके इन्हूं की कहते हैं जी? ब्लैक गोल्ड। किनू? पेट्रोलीयम नू। नैचुरल गैस, नैचुरल गैस इज़ वेरी इंपॉर्टेंट फ्यूजल फॉयल। कहता जी नैचुरल गैस भी कुदरती गैस भी साडा बहुत जरूरी एक बालन है, बिकॉज इट इज़ वेरी क्लीन फ्यूल। ये बहुत ज़्यादा साफ बालन है, इसके बलन के नाल कोई धुआं नहीं होंदा।
ਐਂਡ ਇਟ ਇਜ਼ ਈਜ਼ੀ ਟੂ ਟਰਾਂਸਪੋਰਟ ਵਾਇਆ ਪਾਈਪਸ, ਅਤੇ ਅਸੀਂ ਇਸ ਨੂੰ ਈਜ਼ੀ ਟੂ ਟਰਾਂਸਪੋਰਟ ਕਰ ਸਕਦੇ ਹਾਂ ਥਰੂ ਪਾਈਪਸ ਦੇ ਨਾਲ, ਪਾਈਪ ਦੇ ਵਿੱਚ ਗੈਸ ਟਰਾਂਸਫਰ ਕੀਤੀ ਜਾ ਸਕਦੀ ਹੈ। ਨੈਚੁਰਲ ਗੈਸਿਸ ਸਟੋਰਡ ਅੰਡਰ ਹਾਈ ਪ੍ਰੈਸ਼ਰਸ, ਕਹਿੰਦਾ ਨੈਚੁਰਲ ਗੈਸ ਨੂੰ ਸਟੋਰ ਕੀਤਾ ਜਾਂਦਾ ਹਾਈ ਪ੍ਰੈਸ਼ਰ ਦੇ ਅੰਦਰ ਐਸ ਕੰਪਰੈਸਡ ਨੈਚੁਰਲ ਗੈਸ CNG। ਇੱਕ ਉਹ ਜਿਹੜੀ ਨੈਚੁਰਲ ਗੈਸ ਹੁੰਦੀ ਹੈ ਕਿਹੜੀ ਹੈ ਜੀ CNG, ਕੰਪਰੈਸਡ ਨੈਚੁਰਲ ਗੈਸ। CNG ਯੂਜ਼ ਫॉर ਪਾਵਰ ਜਨਰੇਸ਼ਨਸ, ਇਹਨੂੰ ਕਿੱਥੇ ਯੂਜ਼ ਕੀਤਾ ਜਾਂਦਾ ਜੀ ਪਾਵਰ ਜਨਰੇਸ਼ਨ, ਊਰਜਾ ਨੂੰ ਪੈਦਾ ਕਰਨ ਯੂਜ਼ ਕਰਦੇ ਹਾਂ। ਇਟ ਇਜ਼ ਨਾਓ ਬੀਂਗ ਯੂਜ਼ ਐਜ਼ ਫਿਊਲ ਫॉर ਟਰਾਂਸਪੋਰਟ ਵਹੀਕਲਸ, ਕਹਿੰਦਾ ਜੀ ਪਰ ਅੱਜ ਕੱਲ੍ਹ CNG ਨੂੰ ਕਿੱਥੇ ਵਰਤਿਆ ਜਾਂਦਾ ਹੈ ਜੀ ਆਪਣੇ ਵਾਹਨਾਂ ਦੇ ਵਿੱਚ, ਵਹੀਕਲ ਦੇ ਵਿੱਚ ਇੱਕ ਫਿਊਲ ਦੇ ਤੌਰ 'ਤੇ ਵੀ ਇਹਨੂੰ ਵਰਤਿਆ ਜਾਂਦਾ ਹੈ। ਬਿਕੋਜ਼ ਇਟ ਇਜ਼ ਲੈਸ ਪੋਲਿਊਟਿੰਗ, ਕਿਉਂਕਿ ਇਸ ਦੇ ਜਲਣ ਦੇ ਨਾਲ ਘੱਟ ਧੂੰਆਂ ਹੁੰਦਾ ਹੈ, ਸਾਡੀ ਵਾਤਾਵਰਨ ਨੂੰ ਪ੍ਰਦੂਸ਼ਣ ਨਹੀਂ ਕਰਦੀ। ਜੇ ਵਾਤਾਵਰਨ ਨੂੰ ਪ੍ਰਦੂਸ਼ਣ ਨਹੀਂ ਕਰੇਗੀ ਦੈਟਸ ਮੀਨ ਸਾਡੀ ਗਲੋਬਲ ਵਾਰਮਿੰਗ ਨੂੰ ਵੀ ਘੱਟ ਕਰਨ ਦੇ ਵਿੱਚ ਯੋਗਦਾਨ ਦੇਵੇਗੀ। ਬਾਕੀ ਜਿਹੜੇ ਪੈਟਰੋਲ ਵਗੈਰਾ ਡੀਜ਼ਲ ਹੈ ਉਹ ਗਲੋਬਲ ਵਾਰਮਿੰਗ ਨੂੰ ਕਾਫੀ ਜ਼ਿਆਦਾ ਹਾਈ ਕਰਦੇ ਨੇ। The great advantage of CNG is that it can be used directly for burning in homes and factories where it can be supplied by pipes, ਕਹਿੰਦਾ ਜੀ ਬਹੁਤ ਵੱਡਾ CNG ਦਾ ਇੱਕ ਲਾਭ ਹੈ ਕਿਉਂਕਿ ਇਸ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ, ਕਾਰਖਾਨਿਆਂ ਦੇ ਵਿੱਚ ਬਾਲਣ ਦੇ ਰੂਪ ਵਿੱਚ ਯੂਜ਼ ਕਰ ਸਕਦੇ ਹਾਂ, ਕਿਉਂਕਿ ਇਸ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਿਆਦਾ ਆਸਾਨ ਹੈ। ਇਹ ਸਾਡੇ ਘਰਾਂ ਦੇ ਕਾਰਖਾਨਿਆਂ ਦੇ ਵਿੱਚ ਆਸਾਨੀ ਨਾਲ ਪਾਈਪਾਂ ਰਾਹੀਂ ਸਪਲਾਈ ਕੀਤੀ ਜਾ ਸਕਦੀ ਹੈ। ਸਾਡੇ ਇੰਡੀਆ ਦੇ ਵਿੱਚ ਕਈ ਤਰ੍ਹਾਂ ਦੇ ਇਹੋ ਜਿਹੇ ਸ਼ਹਿਰ ਨੇ ਜਿੱਥੇ ਕਿ CNG ਦੀ ਵਰਤੋਂ ਘਰਾਂ ਦੇ ਵਿੱਚ ਖਾਣਾ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਸੱਚ ਅ ਨੈਟਵਰਕ ਆਫ ਪਾਈਪਲਾਈਨਸ ਐਗਜ਼ਿਸਟ ਇਨ ਵਡੋਦਰਾ, ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚ ਯੂਜ਼ ਕੀਤਾ ਜਾਂਦਾ ਵਡੋਦਰਾ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਸਮ ਪਾਰਟਸ ਆਫ ਦਿੱਲੀ ਦੇ ਕਈ ਖੇਤਰਾਂ ਯੂਜ਼ ਕੀਤਾ ਜਾਂਦਾ ਸ਼ਹਿਰਾਂ ਦੇ ਵਿੱਚ, ਠੀਕ ਹੈ CNG ਯੂਜ਼ ਕਰ ਰਹੇ ਹਾਂ। ਨੈਚੁਰਲ ਗੈਸ ਹੈਜ਼ ਬੀਨ ਫਾਊਂਡ ਇਨ ਆਵਰ ਕੰਟਰੀ, ਨੈਚੁਰਲ ਗੈਸ ਸਾਡੇ ਦੇਸ਼ ਵਿੱਚ ਕਿੱਥੇ ਪਾਈ ਜਾਂਦੀ ਹੈ ਤ੍ਰਿਪੁਰਾ ਦੇ ਵਿੱਚ, ਰਾਜਸਥਾਨ, ਮਹਾਰਾਸ਼ਟਰਾ ਐਂਡ ਕ੍ਰਿਸ਼ਨਾ ਗੋਦਾਵਰੀ ਡੈਲਟਾ, ਇਹਨਾਂ ਜਗ੍ਹਾ 'ਤੇ ਸਾਡੀ ਨੈਚੁਰਲ ਗੈਸ ਪਾਈ ਜਾਂਦੀ ਹੈ ਇੰਡੀਆ ਦੇ ਵਿੱਚ। ਕੈਨ ਕੋਇਲ, ਪੈਟਰੋਲੀਅਮ ਐਂਡ ਨੈਚੁਰਲ ਗੈਸ ਵੀ ਪ੍ਰਪੇਅਰਡ ਇਨ ਦਾ ਲੈਬੋਰਟਰੀ ਫਰੋਮ ਡੈਡ ਆਰਗੈਨਿਜ਼ਮਸ, ਕਹਿੰਦਾ ਜੀ ਰਾਈਟਰ ਦਾ ਕੁਐਸਚਨ ਹੈ, ਕਹਿੰਦਾ ਜੀ ਜਿਸ ਤਰ੍ਹਾਂ ਕਿ ਅਸੀਂ ਮਰੇ ਹੋਏ ਜੀਵ ਜੰਤੂਆਂ ਤੋਂ ਕੋਲਾ, ਪੈਟਰੋਲੀਅਮ, ਨੈਚੁਰਲ ਗੈਸ ਤਿਆਰ ਕਰਵਾ ਸਕਦੇ ਆਪਣੀ ਲੈਬੋਰਟਰੀ ਦੇ ਵਿੱਚ, ਜਿਹਦੇ ਅਸੀਂ ਐਕਸਪੈਰੀਮੈਂਟ ਕਰਦੇ ਉੱਥੇ ਅਸੀਂ ਤਿਆਰ ਕਰਵਾ ਸਕਦੇ ਹਾਂ, ਕਿਉਂਕਿ ਸਾਨੂੰ ਤਾਂ ਪਤਾ ਹੀ ਹੈ ਜੀ ਕਿ ਡੈਡ ਆਰਗੈਨਿਜ਼ਮ ਚਾਹੀਦੇ ਨੇ ਕੋਲਾ ਅਤੇ ਪੈਟਰੋਲੀਅਮ ਨੂੰ ਬਣਾਉਣ ਲਈ। ਨੋ, their formation is very slow process and condition for their formation cannot be created in laboratory, ਕਹਿੰਦਾ ਜੀ ਨਹੀਂ ਅਸੀਂ ਡੈਡ ਆਰਗੈਨਿਜ਼ਮ ਨੂੰ ਪ੍ਰਾਪਤ ਕਰ ਸਕਦੇ ਹਾਂ ਪਰ ਇਹਨਾਂ ਦਾ ਪ੍ਰੋਸੈਸ ਬੜਾ ਸਲੋ ਹੈ। ਕੋਲ ਅਤੇ ਪੈਟਰੋਲੀਅਮ ਦੇ ਨੈਚੁਰਲ ਗੈਸ ਨੂੰ ਪਾਉਣ ਲਈ ਦਾ ਪ੍ਰੋਸੈਸ ਬਹੁਤ ਜ਼ਿਆਦਾ ਹੀ ਸਲੋ ਹੈ, ਇਸ ਕਰਕੇ ਇਸ ਨੂੰ ਆਪਣੀ ਲੈਬੋਰਟਰੀ ਦੇ ਵਿੱਚ ਯੂਜ਼ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਜਿਹੜੀ ਕੰਡੀਸ਼ਨਸ ਚਾਹੀਦੀਆਂ ਹੋਣਗੀਆਂ, ਠੀਕ ਹੈ ਜੀ, ਐਟਮੋਸਫੇਅਰ ਦੀਆਂ ਸਾਨੂੰ ਉੱਥੇ ਪ੍ਰਾਪਤ ਨਹੀਂ ਹੋ ਸਕਦੀਆਂ। ਸਮ ਨੈਚੁਰਲ ਸੋਰਸਿਸ ਆਰ ਲਿਮਿਟਿਡ, ਸਾਨੂੰ ਇਹਨਾਂ ਦਾ ਪਤਾ ਹੈ ਜੀ ਕਿ ਜਿੰਨੇ ਵੀ ਨੈਚੁਰਲ ਸੋਰਸਿਸ ਨੇ, ਕੁਛ ਨੈਚੁਰਲ ਸੋਰਸਿਸ ਇਹੋ ਜਿਹੇ ਨੇ ਜੋ ਲਿਮਿਟਡਲੀ ਯੂਜ਼ ਕੀਤੇ ਜਾ ਸਕਦੇ ਨੇ ਕਿਉਂਕਿ ਅਸੀਂ ਇਹਨਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਕਰ ਸਕਦੇ, ਇਹਨਾਂ ਦੀ ਜਿੰਨੀ ਮਿਆਦ ਉਨੀ ਯੂਜ਼ ਕਰਾਂਗੇ, ਇਸ ਕਰਕੇ ਸਾਨੂੰ ਇਹਨਾਂ ਨੂੰ ਸੋਚ ਸਮਝ ਕੇ ਯੂਜ਼ ਕਰਨਾ ਚਾਹੀਦਾ। ਸਮ ਨੈਚੁਰਲ ਸੋਰਸਿਸ ਆਰ ਐਗਜ਼ੌਸਟੇਬਲ ਲਾਈਕ ਫੋਸਲ ਫਿਊਲਸ, ਫੋਰੈਸਟ, ਮਿਨਰਲਸ, ਕਹਿੰਦਾ ਸਾਨੂੰ ਪਤਾ ਹੈ ਜੀ ਕੁਝ ਕੁਦਰਤੀ ਸਰੋਤ ਇਹੋ ਜਿਹੇ ਨੇ ਜਿਹੜੇ ਕਿ ਜਲਦੀ ਖਤਮ ਹੋ ਸਕਦੇ ਨੇ, ਜਿਵੇਂ ਫਸਲ ਬਾਲਣ ਹੋ ਗਿਆ, ਜੰਗਲ ਹੋ ਗਏ, ਖਣਿਜ ਪਦਾਰਥ ਵਗੈਰਾ ਹੋ ਗਏ। ਕੋਇਲ ਐਂਡ ਪੈਟਰੋਲੀਅਮ ਆਰ ਆਲਸੋ ਫਾਸਲ ਫਿਊਲਸ, ਕਹਿੰਦਾ ਜੀ ਕੋਇਲ ਅਤੇ ਪੈਟਰੋਲੀਅਮ ਇੱਕ ਤਰ੍ਹਾਂ ਦਾ ਫਾਸਲ ਫਿਊਲ ਹੀ ਹੈ, ਠੀਕ ਹੈ ਜੀ, ਇਹ ਵੀ ਜਲਦੀ ਖਤਮ ਹੋ ਸਕਦਾ ਹੈ। ਇਟ ਰਿਕੁਆਇਰਡ ਦਾ ਡੈਡ ਆਰਗੈਨਿਜ਼ਮ ਮਿਲੀਅਨਸ ਆਫ ਈਅਰਸ ਟੂ ਗੈਟ ਕਨਵਰਟਡ ਇਨਟੂ ਥੀਸ ਫਿਊਲਸ, ਕਹਿੰਦਾ ਜੀ ਕੋਇਲ ਅਤੇ ਪੈਟਰੋਲੀਅਮ ਪ੍ਰਾਪਤ ਕਰਨ ਲਈ ਸਾਨੂੰ ਕਈ ਜੀਵ ਜੰਤੂਆਂ ਦੇ ਮਰੇ ਹੋਏ ਜੀਵ ਜੰਤੂ ਚਾਹੀਦੇ ਹੋਣਗੇ ਅਤੇ ਕਈ ਲੱਖਾਂ ਸਾਲਾਂ ਚਾਹੀਦੇ ਹੋਣਗੇ ਇਹਨਾਂ ਨੂੰ ਬਣਾਉਣ ਲਈ, ਇਸ ਕਰਕੇ ਇਹਨਾਂ ਨੂੰ ਸੋਚ ਸਮਝ ਕੇ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਆਸਾਨੀ ਨਾਲ ਸਾਨੂੰ ਪ੍ਰਾਪਤ ਨਹੀਂ ਹੋ ਸਕਦੇ। Moreover, burning of these fuels is a major causes of air pollutions, ਕਹਿੰਦਾ ਜੀ ਹੋਰ ਗੱਲਾਂ ਦੀ ਗੱਲਾਂ ਕੋਲਾ ਅਤੇ ਪੈਟਰੋਲੀਅਮ ਜੋ ਸੜਦੇ ਨੇ, ਜੋ ਬਲਦੇ ਨੇ, ਅਤੇ ਇਸ ਦੇ ਨਾਲ ਹਵਾ ਵੀ ਕਾਫੀ ਜ਼ਿਆਦਾ ਪ੍ਰਦੂਸ਼ਿਤ ਹੁੰਦੀ ਹੈ। Their use also like to global warming, ਕਹਿੰਦਾ ਜੀ ਇਹਨਾਂ ਦੇ ਕਰਕੇ ਕੀ ਹੁੰਦਾ ਜੀ ਗਲੋਬਲ ਵਾਰਮਿੰਗ ਕਾਫੀ ਜ਼ਿਆਦਾ ਹਾਈ ਹੋ ਜਾਂਦੀ ਹੈ। We use their fuels only when absolutely necessary, ਇਸ ਕਰਕੇ ਸਾਨੂੰ ਕੋਲਾ ਅਤੇ ਪੈਟਰੋਲੀਅਮ ਉੱਥੇ ਯੂਜ਼ ਕਰਨਾ ਚਾਹੀਦਾ ਹੈ ਜਿੱਥੇ ਇਹਨਾਂ ਦੀ ਜ਼ਰੂਰਤ ਹੋਵੇ, ਜਿੱਥੇ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇ। ਜੇਕਰ ਘੱਟ ਕਿਤੇ ਜ਼ਰੂਰਤ ਹੈ ਫਿਰ ਇਹਨਾਂ ਨੂੰ ਨਾ ਯੂਜ਼ ਕੀਤਾ ਜਾਵੇ, ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਇਨ ਇੰਡੀਆ ਦਾ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨਸ ਐਡਵਾਈਜ਼ ਪੀਪਲ ਹਾਊ ਟੂ ਸੇਵ ਪੈਟਰੋਲ ਡੀਜ਼ਲ ਵਾਈਲ ਡਰਾਈਵਿੰਗ, ਕਹਿੰਦਾ ਜੀ ਇੰਡੀਆ ਦੇ ਵਿੱਚ ਇੱਕ ਇਹੋ ਜਿਹੀ ਐਸੋਸੀਏਸ਼ਨ ਬਣਾਈ ਗਈ ਹੈ, ਠੀਕ ਹੈ ਜੀ, ਜਿਹਨੂੰ ਬੋਲਦੇ ਨੇ PCR, ਉਹਦੀ ਫੁੱਲ ਫਾਰਮ ਕੀ ਹੈ ਜੀ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ, ਜੋ ਲੋਕਾਂ ਨੂੰ ਐਡਵਾਈਸ ਦਿੰਦੀ ਹੈ, ਲੋਕਾਂ ਨੂੰ ਦੱਸਦੀ ਹੈ ਕਿ ਸਾਨੂੰ ਪੈਟਰੋਲ ਦੀ ਵਰਤੋਂ ਕਿੱਥੇ ਕਿੱਥੇ ਕਰਨੀ ਚਾਹੀਦੀ, ਪੈਟਰੋਲ ਅਤੇ ਡੀਜ਼ਲ ਦੀ,
एक इस तरह की एसोसीएशन है जी जो पेट्रोल ते डीजल की साਂਭ संभाल करती है, क्योंकि सानू पता है जी पेट्रोल ते डीजल नूं बनने लखां साल लगते हैं, ठीक है जी, तो तां जो इन्हां नूं संभाल के वरत्या जा सके उन्हां दे कुछ स्टैप्स ने द टिप्स आर, उन्होंने टिप्स दस्से किस तरह टिप्स फॉलो करने चाहिए ने तां जो असीं पेट्रोल ते डीजल नूं संभाल के रख सकीए। नंबर 1, ड्राइव एट इट कॉन्सटेंट एंड मॉडरेट स्पीड एज फार एज पॉसीबल। कहना सानू अपनी गड्डी नूं एक धीमी रफ्तार ते इक्को जी स्पीड ते चलाउणा चाहिए, उहदी बार बार स्पीड नहीं बदलनी चाहिए। सैकेंड, स्विच ऑफ द इंजन एट ट्रैफिक लाइट्स, जो ट्रैफिक लाइट्स होंदियां ने उत्थे अपनी गड्डी नूं बंद करके रखना चाहिए। थर्ड, इंश्योर करैक्ट टायर प्रैशरस, सानू अपनी गड्डी के टायर के प्रैशर नूं वेखना चाहिए कि सारिਆਂ 'ਚ टायर प्रैशर इक्को जिहा ही है, किते गड्डी के इंजन ज़्यादा जोर तो नहीं लग रहा, ठीक है जी। फोर्थ पॉइंट्स, इंश्योर रैगूलर मेनटेनेंस ऑफ व्हीकल्स, तो अपनी गड्डी की सर्विस रैगूलर करवानी चाहिए है जो की लोड़ है, तां जो गड्डी के इंजन में ज़्यादा इफैक्ट ना पवे, जो इंजन ज़्यादा इफैक्ट पएगा तो ज़्यादा वह तेल या डीजल वगैरह लगेगा, ठीक है जी। ये सानू लैसन सी कोयल एंड पेट्रोलियम के उपर जो तुहानूं सारा कुछ दस्सिया गया जी, वो रिलेटेड मैं तुहानूं होमवर्क दे रही हाँ जी, तुसीं अपनी साइंस की नोट कापी ते करना है। फर्स्ट क्वेश्चन, राइट द फुल फॉर्म ऑफ पीसीआर की फुल फॉर्म लिखनी है। सैकेंड क्वेश्चन, लीस्ट पोल्यूटिंग फ्यूल फॉर व्हीकल इन, सब तो घट धुआं करने वाला जो बालन है जो असीं व्हीकल के पाने आ, की नाम उहदा लिखना तुसीं। थर्ड क्वेश्चन, एक्सप्लेन द प्रोसैस ऑफ फॉर्मेशन ऑफ पेट्रोलियम किस तरह बनता, उसकी पूरी फॉर्मेशन लिखनी है जो तुहानूं मैं समझाई है विद अपनी डायग्राम नाल बना के दसनी कापी के उपर। फोर्थ क्वेश्चन, गिव द 3 करैक्टरिस्टिक्स ऑफ CNG के कोई 3 लाभ लिखने, तो दसना जी CNG कित्थे कित्थे वरती जाती है, उन्होंने लाभ लिखने ने। फिफ्थ क्वेश्चन, ब्लैक गोल्ड इज़ आल्सो कॉल्ड, काला सोना किनूं कहंदे ने, कोले नूं, पैट्रोलीयम, गोल्ड के नन ऑफ दिस, ठीक है जी। इन्हां तिन्नां विचों किनूं चारां चों किनूं कहंदे ने, उहदे उपर टिक लगानी तुसीं। ओके जी, थैंक यू बेटा जी।